ਸਭਿਅਤਾ ਤੇ ਵਿਕਾਸ ਤੇ ਔਰ ਵਿਨਾਸ਼ ਦੇ ਨਾਲ ਬੜਾ ਸੰਬੰਧ ਹੈ। ਅਗਰ ਮਨ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਅਸੀਂ ਮਨ ਦੇ ਨਾਲ ਹੀ ਸਮਾਜ ਦਾ ਔਰ ਆਪਣਾ ਸੁਧਾਰ ਕਰ ਸਕਦੇ ਹਾਂ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਸਾਈਕੋ ਦਾ ਔਰ ਦੂਸਰੇ ਅਸੀਂ ਬਾਈਪੋਲਰ ਤੇ ਸਾਈਕੋਸਿਸ ਤੇ ਕੀਤਾ ਸੀ ਔਰ ਇਸ ਵਾਰੀ ਅਸੀਂ ਪੈਰੋਨੀਆ ਤੇ ਸਿਜੋਫਰੇਨੀਆ ਫਰੋਨੀਆ ਦੇ ਉੱਤੇ ਗੱਲ ਕਰਾਂਗੇ ਔਰ ਡਾਕਟਰ ਸਾਹਿਬ ਇਹਦੇ ਬਾਰੇ ਦੱਸਣਗੇ ਕਿ ਇਹਦੀ ਡਿਜ਼ੀਜ਼ ਕੀ ਆ, ਇਹਦੇ ਸਿੰਪਟਮ ਕੀ ਨੇ ਔਰ ਇਹਦਾ ਇਲਾਜ ਕੀ ਆ ਔਰ ਇਹਦਾ ਇਨਸਾਨ ਦੇ ਜੀਵਨ ਤੇ ਕੀ ਪ੍ਰਭਾਵ ਪੈਂਦਾ। ਡਾਕਟਰ ਸਾਹਿਬ ਤੁਸੀਂ ਦੱਸੋ ਵੀ ਇਹਦਾ ਮਤਲਬ ਆ ਔਰ ਇਹਦਾ ਇਨਸਾਨ ਦੇ ਉੱਤੇ ਕੀ ਪ੍ਰਭਾਵ ਪੈਂਦਾ। ਸੁਭਾਸ਼ ਜੀ, ਤੁਸੀਂ ਮਨ ਦੀ ਗੱਲ ਕੀਤੀ। ਪਹਿਲਾਂ ਮੈਂ ਤੁਹਾਨੂੰ ਮੇਰੇ ਕੁਝ ਦੋਹੇ ਨੇ ਲਗਭਗ 250 ਮਨ ਦੇ ਵਿੱਚ ਹਰ ਇੱਕ ਵਿੱਚ ਇੱਕ ਮਨ ਦਾ ਸ਼ਬਦ ਆਉਂਦਾ ਹੈ। ਇਹ ਹਿੰਦੀ ਚ ਨੇ, ਮੈਂ 3 ਦੋਹੇ ਤੁਹਾਨੂੰ ਸੁਣਾਉਂਦਾ। ਠੀਕ, ਜਿਸ ਤਰ੍ਹਾਂ ਹਸਬੈਂਡ ਵਾਈਫ ਹੁੰਦੇ ਆ ਜਾਂ ਗਰਲਫ੍ਰੈਂਡ ਬॉयਫ੍ਰੈਂਡ ਹੁੰਦੇ ਆ ਤੇ ਉਹਨਾਂ ਦੀ ਖਟਾਸ ਪੈ ਜਾਂਦੀ ਹੈ, ਬ੍ਰੇਕਅਪ ਤੇ ਗੱਲ ਪਹੁੰਚ ਜਾਂਦੀ ਹੈ। ਉਸ ਤੋਂ ਪਹਿਲਾਂ ਦੀ ਗੱਲ ਹੈ, ਉਹ ਕਹਿੰਦੇ ਆ ਕਿ ਵੀ ਤੇਰੇ ਮਨ ਪਹੁੰਚੀ ਨਹੀਂ ਮੇਰੇ ਮਨ ਕੀ ਬਾਤ। मैरिज च होंगे ना, बीवी कहती तेरे मन पहुंची नहीं मेरे मन की बात, नाहक हमने थे लिए साजन फेरे साथ। इसे तरह मैरिज हो गई पर गल नहीं। तो उस तो पहला जब प्रेम ही होंगे हैं गर्लफ्रेंड बॉयफ्रेंड, वो कहता है कि भाई जिसका मन व्याकुल हुआ सुनकर मेरी पीर, मेरा दुख जिसने समझा, जिसका मन व्याकुल हुआ सुनकर मेरी पीर, वो है मेरा रांझना और मैं हूं उसकी हीर। ठीक, बिल्कुल ठीक। इसी मौजू पर एक और है कि मन फकीर है दोस्तों मन ही साहूकार, मन फकीर है दोस्तों मन ही साहूकार, मुझ में रह तेरा हुआ मन ऐसा फनकार। कहते ना भी तेरा हो गया मन, मन तो रहिंदा उत्थे पर कहते हैं कि मन फकीर है दोस्तों मन ही साहूकार, मुझ में रह तेरा हुआ मन ऐसा फनकार। तो मन जो है ना बड़ी व्यापक चीज है। ये महाभारत में भी इसका जिक्र आता है। उसमें एक श्लोक आता है वन पर्व में, जब युधिष्ठिर के वो चारों भाई पानी पीने जाते हैं और पत्थर के हो जाते हैं ना, फिर बाद में युधिष्ठिर जाता है तो उससे यक्ष 100 सवाल करता है। तो उसमें एक सवाल में वो कहता है, उसका सवाल है, उसका जवाब क्या है, माता गुरुत्रो भूमे खात पिता च तरस था, मना शीघ्रतम बाता चिंता बहुत तृणात्। कि माँ जो है वो धरती से भी बड़ी है। क्यों बड़ी है? कि धरती के तो ऊपर जो उगता है या उसमें हम खोद के निकालते हैं खदान से तब कुछ पाते हैं, जबकि माँ तो अपने पेट में रखती है, अपने खून से पालती है, फिर दूध पिलाती है, फिर सानू सुखे विच पा के ते आप गिले विच सौंदी है। ते इस करके माँ जिहड़ी है वो धरती तो वड्डी है ते पिता जिहड़ा है वो आकाश तो उच्चा है। क्यों ऊंचा है? देयर आर ओनली 2 people in the world, one is the guru and another is the father, ਜਿਹੜਾ ਇਹ ਚਾਹੁੰਦਾ ਹੈ ਕਿ ਵੀ ਮੇਰਾ ਚੇਲਾ ਜਾਂ ਮੇਰਾ ਬੇਟਾ ਮੇਰੇ ਤੋਂ ਉੱਚਾ ਹੋਏ। ਆਕਾਸ਼ ਕਿਸੇ ਨੂੰ ਆਪਣੇ ਤੋਂ ਉੱਚਾ ਨਹੀਂ ਹੋਣ ਦਾ। ਕਿੰਨਾ ਹੀ ਉੱਪਰ ਜਾਓ, ਅਸੀਂ ਮੰਗਲ ਤੇ ਪਹੁੰਚ ਗਿਆ, ਅੱਗੇ ਹੈਗਾ, ਉਸ ਤੋਂ ਅੱਗੇ ਹੈਗਾ, ਬ੍ਰਹਮਾਂਡ ਇੰਨਾ ਵੱਡਾ ਹੈਗਾ, ਪਰ ਪਿਓ ਜਿਹੜਾ ਹੈ ਫਾਦਰ, ਉਹ ਚਾਹੁੰਦਾ ਵੀ ਮੇਰਾ ਬੇਟਾ, ਮੈਂ ਚਾਹੇ ਕੁਛ ਹੋਵਾਂ, मेरा बेटा उस तो वड्डा होए। तो फिर कहता है कि भी मन जेड़ा है मना शीघ्रतम बाता, मन जो है वो हवा से भी तेज चलता है। हुण मैं तुहानू याद करदा हाँ, मैं तुहाडे कोल पहुंच जांदा। कनेडा जाण विच पहला वीजा लाओ, फिर पासपोर्ट बनाओ, वीजा लाओ, फिर पहुंचो, पर मन तो 1 सेकंड विच पहुंच जांदा भी अज सुभाष दे नाल मिलीए भाई अपना। ਉਹਦੇ ਬਾਅਦ ਕੀ ਹੈ ਤਾਂ ਚਿੰਤਾ ਬਹੁਤ ਤਣੀ ਤਨਾਤ। ਇਹ ਚੌਥੀ ਚੀਜ਼ ਜਿਹੜੀ ਅਸੀਂ ਕਹਿੰਦੇ ਹਾਂ ਸਟ੍ਰੈਸ ਨਵੀਂ ਚੀਜ਼ ਹੈ, ਅੱਜ ਦੀ ਚੀਜ਼ ਹੈ, ਉਹ ਨਹੀਂ ਹੈਗੀ, ਉੱਥੇ ਵੀ ਸੀ। ਤਾਂ ਹੀ ਕਹਿੰਦਾ ਵੀ ਜਿਹੜੀ ਚਿੰਤਾ ਹੈ, ਐਂਗਜ਼ਾਇਟੀ ਹੈ, ਉਹ ਤਾਂ ਤਿਣਕਿਆਂ ਤੋਂ ਵੀ ਜ਼ਿਆਦਾ, ਜਿੰਨੇ ਦੁਨੀਆ ਵਿੱਚ ਤਿਣਕੇ ਨੇ ਉਸ ਤੋਂ। ਕਿਉਂਕਿ ਤਿਣਕੇ ਨੂੰ ਕੀ ਕਰੋ, ਤੀਲੀ ਲਾਓ, ਮਾਚਿਸ ਜਲ ਜਾਣਗੀ, ਚਿੰਤਾ ਜਲਦੀ ਨਹੀਂ। ਤੇ ਇਹ ਇਸੇ ਕਰਕੇ ਇੰਨੀ ਮੈਂਟਲ ਪ੍ਰੋਬਲਮ ਹੁੰਦੀ ਹੈ। ਜਿਹੜੇ ਅਸੀਂ 3 ਐਪੀਸੋਡ ਕੀਤੇ ਨੇ ਤੇ 2 ਬਿਮਾਰੀਆਂ ਅਸੀਂ ਉਹਦੀ ਤੇ 2 ਅੱਜ ਕਰਾਂਗੇ, ਉਹਦੇ ਬਾਅਦ ਵੀ ਬਹੁਤ ਬਚੀ ਹੋਈ ਨੇ। ਮਨ ਜਿਹੜਾ ਹੈ ਉਹਦਾ ਵਿਸਤਾਰ ਬੜਾ ਭਾਰੀ ਹੈ।
ਤੇ ਮਨ ਜੇਕਰ ਠੀਕ ਹੋਏ ਤਾਂ ਫਿਰ ਉਹ ਬਣਾ ਦਿੰਦਾ ਹਵਾਈ ਜਹਾਜ਼ ਤੇ ਸਪੁਤਨਿਕ ਤੇ ਗ੍ਰਹਿ ਤੇ, ਖਰਾਬ ਹੋਏ ਤਾਂ ਐਟਮ ਬੰਬ ਬਣਾ ਦਿੰਦਾ। ਇਹੀ ਹਾਲ ਫੈਮਿਲੀ ਲਾਈਫ ਵਿੱਚ, ਸਮਾਜ ਵਿੱਚ ਹੁੰਦਾ ਹੈ। ਕੋਈ ਡਾਕੂ ਬਣ ਜਾਂਦਾ, ਕੋਈ ਸੰਤ ਬਣ ਜਾਂਦਾ। these all things depend upon our ਮਨ, ਜਿਹਨੂੰ ਅਸੀਂ ਕਹਿੰਦੇ ਨੇ। ਤੇ जैसे ਅੱਜ कि ਦੀ ਜਿਹੜੀ ਸਾਡੀ ਯੈਸ ਤੇ ਅੱਜ इसे ਦੀ इमेज ਸਾਡੀ ਜਿਹੜੀ ਪ੍ਰੋਬਲਮ ਹੈ ਉਹ ਹੈ ਪੈਰਾਨੋਇਆ ਔਰ ਪੈਰਾਨਾਇਡਿਜ਼ਮ। ਇਹਦੇ ਵਿੱਚ ਜਿਹੜੀ ਪਹਿਲੀ ਪ੍ਰੋਬਲਮ, ਇਹਦੇ ਵਿੱਚ ਬੰਦੇ ਨੂੰ ਸ਼ੱਕ ਰਹਿੰਦਾ ਸਭ ਤੋਂ ਜ਼ਿਆਦਾ ਕਿ ਬਈ ਲੋਕੀ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਘਰ ਵਿੱਚ ਹੀ ਰਹਿੰਦਾ ਉਹਨੂੰ, ਕਈ ਵਾਰੀ ਜਿਹੜਾ ਹਸਬੈਂਡ ਹੈ ਉਹ ਸੋਚਦਾ ਤੇਰੀ ਬੀਵੀ ਜਿਹੜੀ ਹੈ ਉਹਦਾ ਕਿਸੇ ਨਾਲ ਰਿਲੇਸ਼ਨ ਹੈ, ਬੀਵੀ ਸੋਚਦੀ ਹਸਬੈਂਡ ਦਾ ਤੇਰੇ ਨਾਲ। ਜੇਕਰ ਉਹਨਾਂ ਦੀ ਜ਼ਮੀਨ ਜਾਇਦਾਦ ਹੋਏ ਤਾਂ ਉਹਨਾਂ ਨੂੰ ਡਰ ਲੱਗਦਾ ਹੈ ਤੇਰੀ ਜ਼ਮੀਨ ਲੈ ਲਊਗਾ। ਇਸ ਤਰ੍ਹਾਂ ਦੇ ਦਫ਼ਤਰ ਵਿੱਚ ਹੋਏਗਾ ਕਿ ਇਹ ਬੰਦਾ ਮੇਰੇ ਖਿਲਾਫ ਕੋਈ ਸਾਜ਼ਿਸ਼ ਰਚ ਰਿਹਾ, ਇਹ ਮੇਰੀ ਪ੍ਰਮੋਸ਼ਨ ਨਹੀਂ ਹੋਣ ਦਿੰਦਾ, ਇਹ ਬੌਸ ਦੇ ਕੰਨ ਭਰ ਰਿਹਾ ਮੇਰੇ। ਇਸੇ ਤਰ੍ਹਾਂ ਯਾਨੀ ਹਰ ਇੱਕ ਬੰਦੇ ਤੋਂ ਉਹਨੂੰ ਸ਼ੱਕ ਹੁੰਦਾ ਹੈ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਬੰਦੇ ਤੋਂ ਬਹੁਤ ਜ਼ਿਆਦਾ ਸ਼ੱਕ ਹੋ ਜਾਂਦਾ ਹੈ ਤੇ ਅੰਦਰੋਂ ਉਹਨੂੰ ਪਤਾ ਹੁੰਦਾ ਕਿ ਤੂੰ ਗਲਤ ਹੈ, ਪਰ ਮੰਨਦਾ ਨਹੀਂ। ਕਿੰਨਾ ਹੀ ਸਮਝਾਓ, ਕੁਝ ਕਰੋ, ਸਾਈਕੋਲੋਜਿਸਟ ਕੋਲ ਲੈ ਜਾਓ ਜਾਂ ਕੋਈ ਪਰਿਵਾਰ ਵਿੱਚ ਵੱਡੇ ਸਮਝਾਉਣਗੇ ਵੀ ਤੇਰਾ ਹੋਇਆ ਕੀ ਸੀ, ਤੈਨੂੰ ਕੀ ਕੀਤਾ ਹੈ, ਸਭ ਕੁਝ ਸਮਝ ਜਾਊਗਾ। ਉਹ ਸਾਡੇ ਪਿੰਡਾਂ 'ਚ ਇੱਕ ਚੁਟਕਲਾ ਹੁੰਦਾ ਨਾ ਕਿ ਬਈ ਕਿਸੇ ਬੰਦੇ ਨੇ ਉਹ ਦੂਜੇ ਦੇ ਘਰ 'ਚ ਪਤਨਾਲਾ ਪਾ ਲਿਆ ਸੀ ਬਾਰਿਸ਼ ਦਾ ਪਾਣੀ ਕੱਢਣ ਦਾ। ਪੰਚਾਇਤ ਬਹਿ ਗਈ ਉੱਥੇ, ਉਹਨਾਂ ਨੇ ਕਿਹਾ ਵੀ ਤੂੰ ਗਲਤ, ਕਹਿੰਦਾ ਹਾਂ ਜੀ ਗਲਤ ਹੈਗਾ, ਇਹ ਮੈਂ ਨਹੀਂ ਕਰਨਾ ਚਾਹੀ, ਪਰ ਪਤਨਾਲਾ ਉੱਥੇ ਹੀ ਰਹੂਗਾ। ਤੇ ਉਹ ਹਾਲ ਹੁੰਦਾ ਹੈ ਪਰੋਨੀਆਂ ਵਾਲੇ ਦਾ ਕਿ ਵੀ ਪੰਚਾਂ ਦੀ ਰਾਏ ਸਰ ਮੱਥੇ ਤੇ, ਪਰ ਪਤਨਾਲਾ ਉੱਥੇ ਹੀ ਰਹਿਣਾ, ਇਹ ਨਹੀਂ ਕਿੱਥੇ ਜਾਣਾ। ਤੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਪਰੋਨੀਆ ਅਸੀਂ ਉਹਨੂੰ ਕਹਿੰਦੇ ਹਨ। ਉਹਨੂੰ ਲੱਗਦਾ ਕਿ ਲੋਕ ਤੇਰੀ ਜਸੂਸੀ ਕਰ ਰਹੇ, ਕੋਈ ਤੇਰਾ ਫੋਨ ਵੇਖ ਰਿਹਾ, ਕੋਈ ਕੰਪਿਊਟਰ ਤੇਰਾ ਖੋਲ ਕੇ ਵੇਖਦਾ ਹੈ। ਤੇ ਜਿਸ ਬੰਦੇ ਤੇ ਉਹਨੂੰ ਸ਼ੱਕ ਹੁੰਦਾ ਨਾ, ਉਹਦਾ ਜੀਣਾ ਉਹ ਬੜਾ ਮੁਹਾਲ ਕਰ ਦਿੰਦਾ, ਦੂਬਰ ਕਰ ਦਿੰਦਾ। ਇੰਨੇ ਇਲਜ਼ਾਮ ਲਾਉਂਦਾ ਜਿਹੜੇ ਹੁੰਦੇ ਨਹੀਂ। ਉਹਨੂੰ ਪਤਾ ਹੈ ਨਹੀਂ ਹੈ ਗਲਤ ਬੰਦਾ, ਪਰ ਉਹਦਾ ਵੀ ਬਸ ਨਹੀਂ ਰਹਿੰਦਾ। ਲੱਖ ਉਹਨੂੰ ਸਮਝਾਓ, ਉਹਦੇ ਸਾਹਮਣੇ ਰੱਖ ਲਿਓ, ਲੇਕਿਨ ਨਹੀਂ ਮੰਨੇਗਾ ਨਹੀਂ। ਤੇ ਕਈ ਵਾਰੀ ਕੀ ਹੁੰਦਾ, ਕਿਸੇ ਨੂੰ ਲੱਗਦਾ ਵੀ ਕੋਈ ਕੁੜੀ ਹੈ, ਉਹ ਕਹਿੰਦੀ ਬਈ ਮੈਨੂੰ ਤਾਂ ਅਮਿਤਾਭ ਬੱਚਨ ਲਵ ਕਰਦਾ, ਉਹਦਾ ਫੋਨ ਆਇਆ ਸੀ, ਘਰ ਵਾਲੇ ਜਾਣ ਨਹੀਂ ਦਿੰਦੇ। ਜਾਂ ਕੋਈ ਮੁੰਡਾ ਹੈ, ਉਹ ਕਹਿੰਦਾ ਮੈਨੂੰ ਫਲਾਣੀ ਐਕਟਰੈਸ ਉਹ ਕਰਦੀ ਹੈ ਜਾਂ ਪੜੋਸਣ ਕਰਦੀ ਹੈ। ਉਹ ਪੜੋਸਣ ਪੁਲਿਸ ਵਿੱਚ ਵੀ ਚਲੀ ਜਾਂਦੀ ਹੈ ਕਿ ਵੀ ਮੈਨੂੰ ਇਹ ਛੇੜਦਾ ਫਲਾਣਾ ਹੈ। ਉਹ ਕਹਿੰਦਾ ਨਹੀਂ ਜੀ ਇਹ ਉੱਪਰੋਂ ਕਹਿ ਰਹੀ ਹੈ, ਇਹ ਤਾਂ ਮੈਨੂੰ ਲਵ ਕਰਦੀ ਹੈ, ਇਹ ਮੈਨੂੰ ਫੋਨ ਕਰਦੀ ਹੈ। ਕੋਈ ਫੋਨ ਨਹੀਂ ਹੁੰਦਾ, ਰਿਕਾਰਡ ਮਿਲਦਾ। ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਨਾ ਭਰਮ ਵਿੱਚ, ਉਹਨੂੰ ਅਸੀਂ ਪੈਰੋਨੀਆ ਕਹਿੰਦੇ ਹਾਂ। ਤੇ ਬੜੀ ਖਤਰਨਾਕ ਸਥਿਤੀ ਹੁੰਦੀ ਹੈ, ਪ੍ਰੋਬਲਮ ਹੁੰਦੀ ਹੈ। ਸਭ ਤੋਂ ਵੱਡੀ ਗੱਲ ਕੀ ਹੈ ਸੁਭਾਸ਼ ਜੀ ਕਿ ਮੈਂਟਲ ਡਿਜ਼ੀਜ਼ ਦੇ ਟੈਸਟ ਬੜੇ ਘੱਟ ਨੇ, ਬਹੁਤ ਰੇਅਰ ਨੇ। ਕੋਈ ਬਿਮਾਰੀ ਦਾ ਕੋਈ ਚੇਂਜਿਸ MRI 'ਚ ਮਿਲ ਜਾਂਦੇ ਆ ਤੇ ਇਲਾਜ ਵੀ ਬੜਾ ਕਠਿਨ ਹੈ। ਇਸ ਕਰਕੇ ਇਹ ਬੰਦਾ ਜਿਹੜਾ ਨਾਲ ਰਹਿੰਦਾ ਹੈ ਨਾ, ਉਹਨਾਂ ਦਾ ਜੀਵਨ ਦੂਬਰ ਕਰ ਦਿੰਦਾ ਹੈ, ਬੜਾ ਨਰਕ ਬਣਾ ਦਿੰਦਾ ਹੈ। ਤੇ ਉਹਨਾਂ ਨੂੰ ਹੀ ਨਹੀਂ ਸਮਝ ਆਉਂਦਾ ਕਿ ਵੀ ਇਹ ਦੂਜੇ ਹੁਣ ਇੱਥੇ ਲੜ ਰਿਹਾ, ਮੰਨ ਲਿਆ ਹਸਬੈਂਡ ਵਾਈਫ ਲੜ ਰਹੇ ਹਨ, ਕੋਈ ਆ ਗਿਆ ਤੇ ਇਸ ਤਰ੍ਹਾਂ ਮਿਲੂਗੀ ਤੇ ਇਸ ਤਰ੍ਹਾਂ ਦਿਖਾਓਗੇ, ਜਾਂ ਬੰਦਾ ਵੀ ਦਿਖਾਊਗਾ ਕਿ ਦੋਨਾਂ 'ਚ ਪਤਾ ਨਹੀਂ ਕਿੰਨਾ ਪਿਆਰ ਹੈ। ਦੂਜੇ ਬੰਦੇ ਨੂੰ, ਬਾਹਰ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਇਹਨੂੰ ਮੈਂਟਲ ਪ੍ਰੋਬਲਮ। ਤੇ ਜਿਸ ਤਰ੍ਹਾਂ ਕਹਿੰਦੇ ਨਾ ਗਿਰਗਿਟ ਰੰਗ ਬਦਲਦੀ ਹੈ, ਉਸ ਤਰ੍ਹਾਂ ਦੇ ਰੰਗ ਇਹ ਪਲ ਪਲ ਬਦਲਦੇ ਨੇ। ਤੇ ਇਹ ਕਈ ਵਾਰੀ ਜਿਹੜਾ ਹੈ ਨਾ, ਮੈਂ ਤੁਹਾਨੂੰ ਦੱਸਿਆ ਕਿ ਬਈ ਦਫ਼ਤਰ ਵਿੱਚ ਵੀ ਜੇਕਰ ਬੌਸ ਹੋਇਆ ਤਾਂ ਉਹ ਮਤਾਤਾਂ ਦੇ ਜੀਣਾ ਹਰਾਮ ਕਰ ਦੇਊਗਾ। ਮਤਹਿਤ ਹੋਇਆ ਤੇ ਫਿਰ ਉਹ ਜਿਹੜੇ ਨਾਲ ਦੇ ਵਰਕਰ ਨੇ ਉਹਨਾਂ ਦਾ ਕਰ ਦੇਊਗਾ, ਤੇ ਉਹਨੂੰ ਨੌਕਰੀ ਵੀ ਛੱਡਣੀ ਪੜ ਸਕਦੀ ਹੈ ਕਿ ਬਈ ਇਸ ਤਰ੍ਹਾਂ ਦੀ ਗੱਲ ਹੁੰਦੀ। ਮੈਂ ਤੁਹਾਨੂੰ ਦੱਸਿਆ ਕਿ ਜੇਕਰ ਕੋਈ ਪੜੋਸਣ ਆ ਗਈ, ਉਹ ਆਈ ਹੈ, ਜਿਸ ਤਰ੍ਹਾਂ ਸਾਡੇ ਪਿੰਡਾਂ ਵਿੱਚ ਹੁੰਦਾ ਜਾਂ ਛੋਟੇ ਸ਼ਹਿਰਾਂ ਵਿੱਚ ਵੀ, ਕਿ ਬਈ ਉਹ ਜਾਮਣ ਦੇ ਦੇ ਮੈਨੂੰ, ਕਹਿੰਦੀ ਨਹੀਂ ਇਹ ਜਾਮਣ ਲੈਣ ਨਹੀਂ ਆਈ, ਤੇਰਾ ਇਹਦੇ ਨਾਲ ਇਸ਼ਕ ਚੱਲ ਰਿਹਾ। ਉਹ ਨਾਰੀ ਸੀ, ਉਹਨੇ ਦੇ ਦਿੱਤਾ ਜਾਮਣ। ਤੇ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਉਹ ਜਾ ਸਕਦੀ ਹੈ।
ਉਹਨਾਂ ਦਾ ਘਰ ਵੀ ਤੁੜਵਾ ਸਕਦੀ ਹੈ ਤੇ ਬੰਦਾ ਵੀ। ਇਸੇ ਤਰ੍ਹਾਂ ਕੀ ਹੁੰਦਾ ਹੈ ਕਿ ਜਿਹੜਾ ਸੌਤੇਲੀ ਮਾਂ ਹੁੰਦੀ ਹੈ ਉਹ ਹੂੰ ਪਿਆਰ ਬੜਾ ਕਰਦੀ ਹੈ, ਲੇਕਿਨ ਉਹਨੇ ਸੁਣਿਆ ਵੀ ਸੌਤੇਲੀ ਮਾਂ ਤੇ ਜਿਹੜੀ ਨਾ ਉਹ ਰਾਖਸੀ ਹੁੰਦੀ ਹੈ। ਉਹ ਫਿੱਟ ਹੋ ਜਾਂਦਾ ਦਿਮਾਗ 'ਚ, ਹੂੰ ਉਹ ਵਿਚਾਰੀ ਆਪਣਾ ਤਨ ਮਨ ਵਾਰ ਦੇ ਉੱਤੇ, ਪਰ ਉਹਨੇ ਨਹੀਂ ਮੰਨਣਾ ਕਿ ਬਈ ਇਹ ਤੇਰੀ ਗੱਲ ਹੈ। ਯਾਨੀ ਉਹ ਇਸ ਤਰ੍ਹਾਂ ਦੇ ਬੰਦੇ ਨੂੰ ਦੁਸ਼ਮਣ ਸਮਝਦੇ ਨੇ ਕਿ ਇਹ ਮੇਰਾ ਦੁਸ਼ਮਣ ਹੈ। ਕਿੰਨਾ ਸਮਝਾਓ, ਕੁਛ ਕਰੋ ਤੇ ਉਹਦਾ ਬੜਾ ਨਿਰਾਦਰ ਕਰਦੇ ਨੇ, ਪਿੱਛੋਂ ਚੁਗਲੀ ਠੀਕ ਹੈ, ਕਰਦੇ ਨੇ ਬਿਲਕੁਲ ਕਿ ਠੀਕ। ਜੀ ਇਹ ਤਾਂ ਇਹ ਕਰਦਾ। ਉਹਨੂੰ ਪਕਵਾਨ ਬਣਾ ਕੇ ਦੇ ਪਹਿਲੀ ਮਾਂ, ਉਹ ਕਹੇ ਮੈਨੂੰ ਤਾਂ ਸੁੱਖੀ ਰੋਟੀ ਦਿੰਦੀ ਹੈ, ਮੈਂ ਤਾਂ ਭੁੱਖਾ ਰਹਿੰਦਾ। ਯਾਨੀ ਇਸ ਤਰ੍ਹਾਂ ਠੀਕ। ਦੀ ਜਿਹੜੀ ਚੀਜ਼ ਹੈ, ਤੇ ਬੜੇ ਧੜੰਨੇ ਨਾਲ ਝੂਠ ਬੋਲਦੇ ਨੇ। ਹੂੰ ਕੋਈ ਉਹਨਾਂ ਦੇ ਚਿਹਰੇ ਤੋਂ ਕੋਈ ਉਹਦਾ, ਕਈ ਵਾਰੀ ਤੇ ਸੁਭਾਅ ਜੀ ਇਹ ਹੁੰਦੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਲਾਈ ਡਿਟੈਕਟਰ ਵਿੱਚ ਵੀ ਪਾਸ ਹੋ ਜਾਂਦੇ ਝੂਠ ਬੋਲ ਕੇ। ਇੰਨਾ ਅੱਛਾ ਤਗੜਾ ਉਹਨਾਂ ਦਾ ਮੈਂਟਲ ਮੇਕਅਪ ਹੁੰਦਾ ਹੈ ਕਿ ਦੇ ਕੈਨ ਪਾਸ ਦੀ ਲਾਈ ਡਿਟੈਕਟਰ ਟੈਸਟ ਸਫੇਦ ਝੂਠ ਬੋਲ ਕੇ। ਉਹਨਾਂ ਨੇ ਕਹਾ ਕਿ ਵੀ ਤੁਹਾਡਾ ਨਾਂ ਕੀ ਹੈ, ਡਾਕਟਰ ਮੁਦਗਿਲ ਕਹਿੰਦਾ ਨਹੀਂ, ਉਹ ਉੱਥੇ ਆਏਗਾ ਹੀ ਨਹੀਂ ਕਿ ਵੀ ਇਹਨੇ ਝੂਠ ਬੋਲਿਆ। ਹੂੰ ਯਾਨੀ ਇਸ ਤਰ੍ਹਾਂ ਦੇ ਉਹਨਾਂ ਦੇ ਮੈਂਟਲ ਸੈਟਅਪ ਬਣ ਜਾਂਦਾ ਹੈ ਵਿਚ ਬਿਕਮਸ ਵੈਰੀ ਡਿਫਿਕਲਟ। ਕਈ ਵਾਰੀ ਲੋਕੀ ਦੇਖਦੇ ਨਾ ਵੀ ਇਹਨੇ ਗੋਲੀ ਮਾਰੀ ਸੀ ਤੇ ਲਾਈ ਡਿਟੈਕਟਰ ਵਿੱਚ ਪਾਸ ਹੋ ਗਿਆ, 10 ਬੰਦੇ ਕਹਿੰਦੇ ਸਾਡੇ ਸਾਹਮਣੇ ਮਾਰੀ ਸੀ। ਇਹ ਤਾਂ ਕੋਰਟ ਨੇ ਇਸੇ ਕਰਕੇ ਲਾਈ ਡਿਟੈਕਟਰ ਨੂੰ ਹੁਣ ਬਹੁਤ ਜ਼ਿਆਦਾ ਉਹ ਨਹੀਂ ਕਰਦੇ ਰਿਲਾਈ ਅਪਨ ਕੋਰਟਾਂ ਵਿੱਚ। ਇਸ ਤਰ੍ਹਾਂ ਦੇ ਜਦ ਕੇਸ ਆਏ ਤੇ ਬਿਲਕੁਲ ਸਾਹਮਣੇ ਉਹਨੂੰ ਪਤਾ ਲੱਗ ਜਾ ਵੀ ਮੇਰੀ ਘੜੀ ਚੁੱਕੀ ਇਹਨੇ, ਘੜੀ ਚੁੱਕੀ, ਘੜੀ ਉੱਥੇ ਹੀ ਮਿਲ ਗਈ, ਨੌਕਰ ਨੇ ਚੁੱਕੀ, ਉਹਨੇ ਹੀ ਕਿਤੇ ਟੱਚੀ 'ਚ ਰੱਖਤੀ, ਮਿਲ ਗਈ ਨਹੀਂ, ਇਹਨੇ ਰੱਖੀ ਹੋਈ ਨਹੀਂ ਵਾਪਸ। ਉਹਨੂੰ ਕੱਢਤਾ ਸੀ, ਆਇਆ ਨਹੀਂ, ਕਹਿੰਦਾ ਜਾਂਦੀ ਜਾਂਦੀ ਰੱਖ ਗਿਆ। CCTV ਕੈਮਰੇ ਲੱਗੇ ਹੋਏ ਨੇ, ਉਹਨਾਂ ਨੂੰ ਦਿਖਾ ਦਿਓ ਬਈ ਤੂੰ ਰੱਖੀ ਸੀ, ਉਹਨੇ ਨਹੀਂ ਮੰਨਣਾ। ਯਾਨੀ ਇੰਨੀ ਖਰਾਬ ਉਹ ਹੋ ਜਾਂਦੀ ਹੈ। ਤੇ ਇਹਦੇ ਪਿੱਛੇ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਕਿ ਜਿਹੜੇ ਬਚਪਨ ਵਿੱਚ ਜਿਹੜਾ ਜਿਨ੍ਹਾਂ ਦਾ ਕਲ੍ਹ ਵਿੱਚ ਗੁਜ਼ਰਿਆ ਹੋਇਆ ਘਰ ਵਿੱਚ, ਜਾਂ ਸਕੂਲਾਂ ਵਿੱਚ ਜਿਨ੍ਹਾਂ ਨੂੰ ਬੁਲਿੰਗ ਹੋ ਜਾਏ ਹੋਏ, ਜਾਂ ਸੈਕਸੁਅਲ ਮੋਲੈਸਟੇਸ਼ਨ ਹੋ ਜਾਏ, ਜਾਂ ਦੂਜੀ ਵਾਰੀ ਕੀ ਹੁੰਦਾ ਹੈ ਕਿ ਵੀ ਇਹ ਜੈਨੇਟਿਕ ਵੀ ਹੁੰਦਾ ਹੈ, ਕਈ ਫੈਮਲੀਆਂ ਵਿੱਚ ਚੱਲਦਾ। ਯੂਜੂਅਲੀ ਹੁੰਦਾ ਕੀ ਹੈ ਕਿ ਇਹ ਪਾਸ ਹੁੰਦਾ ਫੀਮੇਲ ਤੋਂ ਫੀਮੇਲ, ਨਾਨੀ ਤੋਂ ਮਾਂ ਨੂੰ, ਮਾਂ ਤੋਂ ਕੁੜੀ ਨੂੰ, ਇਸ ਤਰ੍ਹਾਂ ਦੇ ਇਹ ਹੁੰਦੇ ਨੇ। ਤੇ ਇਹਦਾ ਸਭ ਤੋਂ ਬਸ ਇਲਾਜ ਇਲੂਜ ਵੀ ਕੋਈ ਨਹੀਂ ਹੈਗਾ, ਕਿਉਂਕਿ ਬੰਦਾ ਮੰਨਦਾ ਹੀ ਨਹੀਂ ਤੂੰ ਬਿਮਾਰ ਹੈ, ਕਾਉਂਸਲਿੰਗ ਵਿੱਚ ਜਾਂਦਾ ਨਹੀਂ, ਦਵਾਈ ਕੋਈ ਖਾਸ ਨਹੀਂ ਹੁੰਦੀ। ਇਸ ਕਰਕੇ ਇਹ ਜੀਣਾ ਆਪਣਾ ਤੇ ਦੂਜਿਆਂ ਦਾ ਹਰਾਮ ਕਰ ਦਿੰਦਾ ਹੈ। ਇਹ ਤੇ ਸੀ ਡਾਕਟਰ ਸਾਹਿਬ ਸੀਜ਼ੋਫਰੇਨੀਆ ਕੀ ਹੁੰਦਾ? ਸੀਜ਼ੋਫਰੇਨੀਆ ਹਾਂ, ਉਹਦੇ ਵਿੱਚ ਤਾਂ ਹੁਣ ਸੀਜ਼ੋਫਰੇਨੀਆ 'ਚ ਆ ਰਹੇ ਨੇ। ਇਹ ਬੜਾ ਖਤਰਨਾਕ ਜਿਹੜੀ ਹੈ ਮੈਂਟਲ ਪ੍ਰੋਬਲਮ ਹੈ। ਇਹ ਜਿਹੜੇ ਹਾਲਾਤ ਨੇ ਸਾਡੇ ਆਸੇ-ਪਾਸੇ, ਉਹਨੂੰ ਸਮਝ ਨਹੀਂ ਪਾਉਂਦੇ। ਯਾਨੀ ਮੈਂ ਪਹਿਲਾਂ ਬਾਈਪੋਲਰ ਵਿੱਚ, ਬਾਈਪੋਲਰ ਦਾ ਤੁਸੀਂ ਸਮਝੋ ਕਿ ਇਹ ਸੀਰੀਅਸ ਪੋਰਸ਼ਨ ਹੈਗਾ। ਜਿਹੜਾ ਮੂਡ ਸਵਿੰਗ ਦਾ ਹੁੰਦਾ ਸੀ ਨਾ, ਉਹ ਜਿੰਨਾ ਸੀਰੀਅਸ ਸੀ ਉਸ ਤੋਂ ਬਹੁਤ ਜ਼ਿਆਦਾ ਸੀਰੀਅਸ ਹੁੰਦਾ ਹੈ। ਡਿਲੂਜਨ ਤੇ ਇਲੂਜਨ, ਯਾਨੀ ਲੱਗਦਾ ਵੀ ਇਹ ਚੀਜ਼ ਭੂਤ ਹੈਗਾ, ਇੱਥੇ ਪ੍ਰੇਤ ਹੈਗਾ, ਕੋਈ ਮੇਰੇ ਪਿੱਛੇ ਚੱਲ ਰਿਹਾ ਹੈ। ਇੱਕ ਤਾਂ ਕੇਸ ਇਸ ਤਰ੍ਹਾਂ ਦਾ ਆਇਆ ਸੀ, ਬਹੁਤ ਪੜ੍ਹੀ ਲਿਖੀ ਲੜਕੀ, PhD, when I was a student in medical college, our teacher did show it, and she was speaking very good English, and she said ਕਿ ਵੀ ਮੈਨੂੰ ਇਹ ਵਹਿਮ ਰਹਿੰਦਾ ਕਿ ਮੇਰੀ ਬੋਡੀ ਦਾ ਕੋਈ ਪਾਰਟ ਜਿਹੜਾ ਹੈ ਨਾ, ਉਹ ਨਿਕਲ ਕੇ ਗਿਰ ਗਿਆ ਮੇਰੇ ਐਨਸ ਤੋਂ, ਤੇ ਪਿੱਛੇ ਦੇਖੀ ਜਾਂਦੀ ਹੈ ਬਈ ਮੇਰਾ ਤਾਂ ਲੀਵਰ ਗਿਰ ਗਿਆ, ਮੇਰੀ ਤਾਂ ਸਪਲੀਨ ਗਿਰ ਗਈ। ਬਾਰ-ਬਾਰ ਇਸ ਤਰ੍ਹਾਂ ਦੇਖ ਦੇਖ ਕੇ ਨਾ ਉਹਨੇ ਖੁਦ ਦੱਸਿਆ, ਠੀਕ, ਵੈਰੀ ਇੰਟੈਲੀਜੈਂਟ ਗਰਲ, ਕਿ ਬਈ ਇਹ ਉਹਨੂੰ ਰਹਿੰਦਾ ਕਿ ਆਈ ਨੋ ਇਟ ਕਿ ਦਿਸ ਇਜ਼ ਨਾਟ ਹੈਪਨਿੰਗ, ਠੀਕ, ਬਟ ਆਈ ਕੈਨ ਨਾਟ ਡੂ, ਮੈਂ ਦੇਖਣਾ ਹੀ ਪੈਂਦਾ ਹੈ ਉੱਥੇ। ਤੇ ਇਹਦੇ ਵਿੱਚ ਜਿਹੜਾ ਫਿਰ ਉਹ ਹੈ ਵਿਵਹਾਰ ਬੜਾ ਬਦਲ ਜਾਂਦਾ ਹੈ। ਦੂਜੇ ਬੰਦਿਆਂ ਜਿਸ ਤਰ੍ਹਾਂ ਘਰ 'ਚ ਰਹਿ ਰਹੇ ਆ, ਈਵਨ ਮਾਂ ਪਿਓ ਨਾਲ ਵੀ ਮਾਰਪੀਟ ਕਰ ਸਕਦੇ ਨੇ। ਇਹਦੇ ਲੱਖਣ ਜਿਹੜੇ ਹੈ ਮੈਂ ਦੱਸਦਾ ਤੁਹਾਨੂੰ ਕਿ ਡਿਲੂਜਨ ਹੈ। ਪਹਿਲਾਂ ਤਾਂ ਜਿਹੜੀ ਚੀਜ਼ਾਂ ਅਵਾਸਤਵਿਕ ਨੇ ਨਾ, ਜਿਹੜੀ ਹੈ ਨਹੀਂ, ਉਹਨਾਂ ਦੇ ਬਾਰੇ ਸੋਚਦਾ ਵੀ ਤੁਹਾਨੂੰ ਇਹ ਆਤਮਾ ਪਰੇਸ਼ਾਨ ਕਰ ਰਹੀ ਹੈ,
ਜਾਂ ਇਹ ਬੰਦਾ ਤੇਰੇ ਪਿੱਛੋਂ ਇਸ਼ਾਰੇ ਕਰ ਰਿਹਾ ਸੀ ਕਿ ਪਾਗਲ ਜਾਂਦੀ ਹੈ, ਪਾਗਲ ਜਾਂਦਾ ਹੈ। ਇਸ ਤਰ੍ਹਾਂ ਤੇ ਉਹਨਾਂ ਨੂੰ ਆਪਣੀ ਵਹਿਮ ਹੋ ਜਾਂਦਾ ਕਿ ਯੂ ਆਰ ਵੈਰੀ ਫੇਮਸ ਐਂਡ ਯੂ ਕੈਨ ਡੂ ਐਨੀਥਿੰਗ। ਯੈਸ। ਕਹਿੰਦੇ ਬਈ ਉਹ ਫਲਾਣੇ ਬੰਦੇ ਨੇ ਕੀ ਕੀਤਾ, ਮੈਂ ਉਸ ਤੋਂ ਜ਼ਿਆਦਾ ਕਰ ਸਕਦਾ, ਮੈਂ ਤਾਂ ਕਰਦਾ ਨਹੀਂ। ਇਸ ਤਰ੍ਹਾਂ ਦੇ ਜਿਹੜੇ ਡਿਲਿਊਜ਼ਨ ਹੈ ਉਹ ਹੋ ਜਾਂਦੇ ਨੇ। ਤੇ ਦੂਜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਜਿਹੜਾ ਹੈ ਇਲੂਜਨ ਹੁੰਦੇ ਆ ਕਿ ਵੀ ਭੂਤ ਪ੍ਰੇਤ ਹੈਗਾ ਹੈ, ਜਾਂ ਜਿੱਥੇ ਕੋਈ ਬਦਬੂ ਨਹੀਂ ਹੈਗੀ, ਕਿਸੇ ਨੂੰ ਬਦਬੂ ਨਹੀਂ ਆ ਰਹੀ, ਕਦੇ ਨਹੀਂ ਇਸ ਕਮਰੇ 'ਚ ਬਦਬੂ ਹੈ, ਉਹ ਸਾਰੇ ਕਮਰੇ ਨੂੰ ਉਥਲ ਪੁਥਲ ਕਰ ਦੇਣਗਾ। ਬੰਦਾ ਆਪਣੇ ਬੈੱਡ ਨੂੰ ਚੁੱਕ ਕੇ ਸਾਫ਼ ਕਰ ਲੇਗਾ, ਸਾਰੇ ਉਹ ਬਦਲ ਦੇਗਾ, ਆਪਣੇ ਗੱਦੇ ਗੁੱਦੇ ਬਦਲ ਦੇਗਾ, ਚਾਦਰਾਂ ਫੈਂਕ ਦੇਗਾ। ਇਹਦੇ 'ਚ ਕੋਈ ਹੈ। ਕਈ ਵਾਰੀ ਕੀ ਹੁੰਦਾ, ਕੋਈ ਬੈਠ ਗਿਆ ਕਿ ਬਈ ਇਹ ਗੈਸ ਛੋੜ ਕੇ ਕਰ ਗਿਆ, ਉੱਤੇ ਕਰਕੇ ਸਾਰੀ ਇਹ ਬਦਬੂ ਹੈਗੀ ਐਂਡ ਨੋਬਡੀ ਐਲਸ। ਜਾਂ ਉਹਨੂੰ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕੁਝ ਦਿਖਣਾ ਸ਼ੁਰੂ ਹੁੰਦਾ ਹੈ। ਕਹਿੰਦਾ ਉਸ ਕੋਨੇ ਤੋਂ ਕੋਈ ਬੋਲ ਰਿਹਾ, ਯਾਨੀ ਛੱਤ ਦੇ ਕੋਨੇ ਤੋਂ ਬੋਲ ਰਿਹਾ। ਇਸ ਤਰ੍ਹਾਂ ਦੇ ਇਲੂਜਨ ਜਿਹੜੇ ਨੇ ਨਾ ਉਹ ਹੋ ਜਾਂਦੇ। ਫਿਰ ਜਿਹੜਾ ਬੋਲਦਾ ਹੈ ਉਹ ਇੱਕ ਕੋਹਰੈਂਟ ਨਹੀਂ ਹੁੰਦਾ। ਹੁਣ ਗੱਲ ਕਰ ਰਿਹਾ ਦਿੱਲੀ ਦੀ, ਤੇ ਅੱਧੇ ਸੈਂਟੈਂਸ ਵਿੱਚ ਛੋੜ ਕੇ ਕਲਕੱਤੇ ਦੀ, ਕੈਨੇਡਾ ਦੀ ਕਰਨ ਲੱਗ ਜਾਊਗਾ। ਕਿ ਉਹਨੂੰ ਕਵੀ ਤੂੰ ਕਹਿ ਰਿਹਾ ਸੀ ਮੈਂ ਦਿੱਲੀ ਗਿਆ, ਕਹਿੰਦਾ ਨਹੀਂ ਮੈਂ ਤਾਂ ਤੈਨੂੰ ਟੋਰੰਟੋ ਦੀ ਗੱਲ ਦੱਸ ਰਿਹਾ ਸੀ। ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ, ਇਹ ਲੱਖਣ ਜ਼ਿਆਦਾਤਰ ਜਿਹੜੇ ਨੇ ਉਹ ਮਹਿਲਾਵਾਂ ਵਿੱਚ ਹੁੰਦੇ ਆ ਤੇ 20 ਬਰਸ ਦੇ ਬਾਅਦ ਸ਼ੁਰੂ ਹੁੰਦੇ ਆ। ਸ਼ੁਰੂਆਤ ਵਿੱਚ ਇਹਨੂੰ ਲੋਕ ਹਿਸਟੀਰੀਆ ਸਮਝਦੇ ਨੇ, ਜਿਹੜਾ ਡਿਸਕਸ ਕਰਾਂਗੇ, ਪਰ ਹਿਸਟੀਰੀਆ ਨਹੀਂ ਹੁੰਦਾ। ਹਿਸਟੀਰੀਆ ਤੋਂ ਸੀਰੀਅਸ ਚੀਜ਼ ਹੁੰਦੀ ਹੈ ਸਿਜ਼ੋਫਰੇਨੀਆ ਜਿਹੜੀ ਹੈ। ਤੇ ਇਹ ਲੱਖਣ ਕਈ ਵਾਰੀ ਹੁੰਦਾ ਕਿ ਠੀਕ ਠਾਕ ਚੱਲ ਰਿਹਾ ਬੰਦਾ, ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਕਈ ਵਾਰੀ ਬਹੁਤ ਵਿਗੜ ਜਾਂਦੇ ਨੇ। ਤੇ ਜਿਹੜੇ ਪੁਰਸ਼ਾਂ 'ਚ ਤੇ 15 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਸਕਦੇ ਨੇ, ਲੇਡੀ 'ਚ ਆਮ ਤੌਰ ਤੇ 20 ਈਅਰਸ ਦੇ ਬਾਅਦ ਹੁੰਦੇ ਨੇ। ਅੱਛਾ। ਤੇ ਆਫਟਰ 45 ਔਰ 50 ਇਹ ਨਹੀਂ ਪਾਇਆ ਜਾਂਦਾ, ਵੈਰੀ ਰੇਅਰ। ਜੇਕਰ ਬੰਦਾ ਕੋਈ 40-45 ਸਾਲ ਠੀਕ ਰਹਿ ਜਾਂਦਾ ਹੈ ਤੇ ਉਹਨੂੰ ਸਿਜ਼ੋਫਰੇਨੀਆ ਘੱਟ ਹੁੰਦਾ, ਵੈਰੀ ਰੇਅਰ ਹੁੰਦਾ ਹੈ। ਤੇ ਜਿਹੜੇ ਟੀਨਏਜਰ ਨੇ ਉਹਨਾਂ ਵਿੱਚ ਕੀ ਹੁੰਦਾ ਹੈ ਕਿ ਉਹ ਫਰੈਂਡਸ ਨਾਲ, ਪਰਿਵਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਆਪਣੇ ਕਮਰੇ 'ਚ ਬੰਦ ਰਹਿੰਦੇ ਆ। ਉੱਥੇ ਬੈਠਣਗੇ, ਪਿੱਛੇ ਜਾ ਕੇ ਬੈਠ ਜਾਣਗੇ। ਫਿਰ ਉਹਨਾਂ ਦੇ ਜਿਹੜੇ ਗ੍ਰੇਡਸ ਨੇ ਉਹ ਬੜੇ ਕੰਮ ਆਣਗੇ। ਉਹਨਾਂ ਨੂੰ ਨਿੱਦਰ ਦੀ ਪਰੇਸ਼ਾਨੀ ਹੋ ਜਾਂਦੀ, ਦੇ ਕੈਨ ਨਾਟ ਸਲੀਪ, ਤੇ ਚਿੜਚਿੜੇ ਹੁੰਦੇ ਨੇ, ਡਿਪਰੈਸ ਰਹਿੰਦੇ ਨੇ। ਉਹਨਾਂ ਨੂੰ ਕਈ ਵਾਰੀ ਡਰੱਗਸ ਲੈਣ ਦੀ ਵੀ ਆਦਤ ਪੈ ਜਾਂਦੀ ਹੈ ਕਿ ਬਈ ਇਹਦੇ ਨਾਲ ਸਾਡਾ ਠੀਕ ਹੋ ਜਾ। ਇਹਦੇ ਕਾਰਨ ਜਿਹੜੇ ਨੇ ਨਾ ਉਹ ਬਹੁਤ ਜ਼ਿਆਦਾ ਨਹੀਂ ਪਤਾ, ਪਰ ਹੁਣ ਥੋੜੀ ਜਿਹੀ ਜਿਹੜੀ ਰਿਸਰਚ ਹੋਈ ਨੇ ਉਹਦੇ ਪਤਾ ਲੱਗਿਆ ਕਿ ਵੀ ਜਿਹੜੇ ਨਿਊਰੋ ਟਰਾਂਸਮੀਟਰ ਹੁੰਦੇ ਨੇ ਨਿਊਰੋਨ ਵਿੱਚ, ਯਾਨੀ ਇੱਕ ਸਾਡੇ ਬ੍ਰੇਨ ਵਿੱਚ ਤਕਰੀਬਨ 1 ਬਿਲੀਅਨ ਨਿਊਰੋਨ ਹੁੰਦੇ ਨੇ। ਤੇ ਉਹ ਸਾਰੇ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਉਹਨਾਂ ਦਾ ਜਿਹੜਾ ਜੁੜਾਵ ਹੁੰਦਾ ਹੈ ਉਹ ਹਾਰਮੋਨ ਹੁੰਦੇ ਨੇ ਗਲੂਟੋਮੇਟ ਤੇ ਡੋਪਾਮਿਨ। ਠੀਕ। ਉਹ ਜਿਹੜੇ ਹੈ ਉਹਨਾਂ ਵਿੱਚ ਚੇਂਜ ਵੇਖਿਆ ਗਿਆ ਸੀ ਸਿਜ਼ੋਫਰੇਨੀਆ ਵਿੱਚ, ਕਿ ਵੀ ਇਹਨਾਂ ਦੇ ਲੈਵਲ ਵਿੱਚ ਚੇਂਜ ਹੁੰਦਾ ਹੈ, ਇਨਕਰੀਜ਼ ਹੋ ਜਾਂਦੇ ਆ। ਤੇ MRI ਜਿਹੜੀ ਹੈ ਉਹਦੇ ਵਿੱਚ ਸੈਂਟਰਲ ਨਰਵਸ ਸਿਸਟਮ ਦੇ ਵਿੱਚ ਵੀ ਕੋਈ ਚੇਂਜਿਸ ਪਾਈ ਜਾਂਦੇ ਨੇ। ਇਹਦੇ ਜਿਹੜੇ ਜੋਖਿਮ ਨੇ ਵੀ ਹੁੰਦਾ ਕਿਹਨਾਂ ਨੂੰ ਜ਼ਿਆਦਾ ਹੈ। ਇੱਕ ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਕਿ ਬਈ ਫੈਮਿਲੀ ਹਿਸਟਰੀ ਹੁੰਦੀ ਹੈ। ਦੂਜਾ ਹੁੰਦਾ ਹੈ ਕਿ ਬਈ ਕਈ ਵਾਰੀ ਵੂੰਬ ਵਿੱਚ, ਕੋਖ ਵਿੱਚ ਜਿਹੜੀ ਹੈ ਨਾ ਪ੍ਰੋਬਲਮ ਹੋ ਜਾਂਦੀ ਹੈ, ਆਕਸੀਜਨ ਦੀ ਕਮੀ ਹੋ ਗਈ ਡਿਲੀਵਰੀ ਦੇ ਟਾਈਮ, ਜਾਂ ਮਦਰ ਨੂੰ ਵਾਇਰਲ ਇਨਫੈਕਸ਼ਨ ਹੋ ਗਈ, ਜਾਂ ਮਦਰ ਉਸ ਵੇਲੇ ਕੋਈ ਡਰੱਗਸ ਲੈਂਦੀ ਸੀ ਕਾਫੀ ਮਾਤਰਾ ਵਿੱਚ। ਤੇ ਕਈ ਵਾਰੀ ਇਹ ਟ੍ਰਿਗਰ ਹੋ ਜਾਂਦਾ ਹੈ ਕਿ ਬੰਦਾ ਠੀਕ ਠਾਕ ਹੈ ਪਰ ਉਹ ਡਰੱਗਸ ਲੈਣਾ ਸ਼ੁਰੂ ਕਰ ਦਿੰਦਾ। ਫੈਮਿਲੀ ਹਿਸਟਰੀ ਹੁੰਦੀ ਹੈ ਪਰ ਬੰਦਾ ਠੀਕ ਹੁੰਦਾ, ਤੇ ਜਦ ਡਰੱਗ ਲੈਣਾ ਸ਼ੁਰੂ ਕਰਦਾ ਹੈ ਤੇ ਇਹ ਟ੍ਰਿਗਰ ਹੋ ਕੇ ਬਾਹਰ ਆ ਜਾਂਦੀ ਹੈ। ਜੇਕਰ ਇਹਨੂੰ ਅਸੀਂ ਬਿਨਾਂ ਇਲਾਜ ਦਾ ਛੱਡ ਦਈਏ, ਇੱਥੇ ਉਹ ਵੀ ਆਊਗਾ ਜਿਵੇਂ ਤੁਸੀਂ ਕਿਹਾ ਸੀ ਨਾ, ਬਿਜਲੀ ਦਾ ਕਰੰਟ ਪਾਉਂਦੇ ਨੇ, ECT, ਇਹ ਇਸ ਵਿੱਚ ਆਉਂਦਾ ਹੈ ਇਲਾਜ। ਹਾਂ, ਤੇ ਇਹਦੇ ਬੰਦੇ ਜਿਹੜੇ ਨਾ ਉਹ ਖੁਦ ਵੀ ਸੁਈਸਾਈਡ ਕਰ ਸਕਦੇ ਤੇ ਦੂਜੇ ਨੂੰ ਵੀ ਮਾਰ ਸਕਦੇ। ਮੇਰੀ ਇੱਕ ਪੇਸ਼ੈਂਟ ਸੀ, ਬਹੁਤ ਪੜ੍ਹੀ ਲਿਖੀ ਸੀ ਤੇ
ਬਹੁਤ ਚੰਗੀ ਫੈਮਿਲੀ ਦੀ ਸੀ, ਬੜੀ ਚੰਗੀ ਨੌਕਰੀ ਸੀ। ਯਾਨੀ ਮੈਂ ਉਹਦਾ ਨਾਂ ਨਹੀਂ ਲੈ ਸਕਦਾ, ਉਹਦਾ ਸਹੁਰਾ ਗਵਰਨਰ ਸੀ ਠੀਕ ਠੀਕ। ਸਾਡੇ ਸੀ। ਉਹਨੇ ਆਪਣੀ ਮਾਂ ਨੂੰ 10 ਵਾਰੀ ਛੁਰੇ ਤੋਂ ਮਾਰਿਆ, ਬਚ ਤਾਂ ਗਈ ਪਤਾ ਨਹੀਂ ਕਿਸ ਤਰ੍ਹਾਂ। ਫਿਰ ਘਰੋਂ ਨਿਕਲ ਗਈ, ਬਹੁਤ ਸੋਹਣੀ ਕੁੜੀ ਸੀ ਵਿਚਾਰੀ, ਬਹੁਤ ਪੜ੍ਹੀ ਲਿਖੀ ਸੀ, ਅਤੇ ਰਾਤੀ ਨਿਕਲ ਗਈ, ਉਹਦਾ ਵਿਚਾਰੀ ਦਾ ਰੇਪ ਹੋ ਗਿਆ। ਉਹ ਐਸਪੀ ਲੇਡੀ ਸੀ, ਉਹ ਮੇਰੇ ਕੋਲ ਆਈ, ਡਾਕਟਰ ਸਾਹਿਬ ਦੇਖੋ ਇਹਦਾ ਇਲਾਜ, ਫੜ ਕੇ ਜਦੋਂ ਮਿਲੀ ਉੱਥੇ, ਪਰ ਕੋਈ ਇਲਾਜ ਨਹੀਂ। ਆਖਿਰ ਵਿੱਚ ਉਹ ਜਿਹੜੀ ਮੈਂਟਲ ਹਸਪੀਟਲ ਵਿੱਚ ਹੀ ਮਰੀ। ਇਹ ਠੀਕ ਬਹੁਤ ਯਾਨੀ ਖਤਰਨਾਕ ਜਿਸਨੇ ਹੈ ਨਾ ਉਹ ਬਿਮਾਰੀ ਹੁੰਦੀ ਹੈ। ਤੇ ਇਹਦਾ ਸਭ ਤੋਂ ਗੜਬੜ ਇਹ ਹੈ ਕਿ ਉਹਦੇ ਨਾਲ ਰਹਿਣ ਵਾਲੇ ਬੰਦੇ ਨੂੰ ਵੀ ਬੜਾ ਖਤਰਾ ਹੁੰਦਾ ਹੈ ਕਿ ਕਿਸ ਵੇਲੇ ਉੱਠ ਕੇ ਉਹਦੇ ਦਿਮਾਗ ਵਿੱਚ ਆਏ ਤੇ ਉਹਨੂੰ ਸਹੀ ਚੀਜ਼ ਉਹਦੀ ਆਪਣੀ ਮਾਂ ਦੇ ਨਾਲ ਰਹਿੰਦੀ ਸੀ, ਉਹ ਮਾਂ ਨੂੰ ਹੀ ਛੁਰੇ ਮਾਰਤੇ ਸੀ, ਮੈਂ ਤੁਹਾਨੂੰ ਦੱਸਿਆ। ਤੇ ਫਿਰ ਇਸ ਦੀ ਅਸੀਂ ਡਾਇਗਨੋਸਿਸ ਜਿਹੜੀ ਕਰਦੇ ਹਾਂ, ਠੀਕ ਉਹ ਬੇਸਿਕਲੀ ਹਿਸਟਰੀ ਤੋਂ ਹੁੰਦਾ ਹੈ ਕਿ ਵੀ ਫੈਮਿਲੀ ਵਾਲੇ ਹਿਸਟਰੀ ਦਿੰਦੇ ਵੀ ਉਹ ਤਾਂ ਦਿੰਦਾ ਨਹੀਂ ਹਿਸਟਰੀ। ਕਿਉਂਕਿ ਮੈਂਟਲ ਡਿਜ਼ੀਜ਼ ਕੋਈ ਵੀ ਹੋਏ, ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਮਰੀਜ਼ ਮੰਨਦਾ ਹੀ ਨਹੀਂ ਕਿ ਮੈਂ ਬਿਮਾਰ ਹਾਂ। ਈਵਨ ਸਿੰਪਲ ਐਂਗਜ਼ਾਇਟੀ ਐਂਡ ਡਿਪਰੈਸ਼ਨ ਜਿਹੜਾ ਹੈ ਨਾ, ਉਹ ਸੋਚਦਾ ਵੀ ਇਹ ਮੰਨ ਲਿਆ ਤਾਂ ਤੂੰ ਬੰਦਾ ਨਹੀਂ ਹੈਗਾ। ਯਾਨੀ ਉਹਨੂੰ ਬੜਾ ਆਪਣੇ ਆਪ ਨੂੰ ਇਹ ਸੋਚਦੇ ਨੇ। ਹੁਣ ਤਾਂ ਫਿਰ ਵੀ ਲੋਕੀ ਜਾਣ ਲੱਗੇ ਇਲਾਜ ਲਈ, ਪਰ ਉਹ ਸੋਚਦੇ ਵੀ ਇਹ ਤਾਂ ਸਮਾਜਿਕ ਜਿਹੜਾ ਹੈ ਅਪਮਾਨ ਹੋ ਜਾਣਾ ਜੇਕਰ ਇਹ ਮੰਨ ਲਿਆ ਤਾਂ। ਲੋਕੀ ਮੰਨਦੇ ਨੇ। ਤੇ ਜ਼ਿਆਦਾਤਰ ਤਾਂ ਇਹਦਾ ਇਹੀ ਹੁੰਦਾ ਹੈ ਕਿ ਬਈ ਜਿਹੜੇ ਘਰ ਵਾਲੇ ਜਿਹੜੀ ਹਿਸਟਰੀ ਦਿੰਦੇ ਨੇ ਸਾਰੇ, ਉਹਦੇ ਨਾਲ ਹੀ ਹੁੰਦਾ ਹੈ। ਫਿਰ ਅਸੀਂ ਸਕਰੀਨਿੰਗ ਕਰਦੇ, ਮੈਂ ਤੁਹਾਨੂੰ ਦੱਸਿਆ ਡੋਪਾਮਾਈਨ, ਜਿਸ ਵੇਲੇ ਉਹਨੂੰ ਅਟੈਕ ਹੁੰਦਾ ਹੈ ਨਾ, ਜ਼ਿਆਦਾ ਵੋਲੇਟਾਈਲ ਹੋ ਜਾਂਦਾ ਹੈ, ਓਨਲੀ ਦੈਨ ਸਮਟਾਈਮ ਵੀ ਫਾਈਂਡ ਦੈਟ ਨਿਊਰੋ ਇਮੇਜਿੰਗ ਐਂਡ ਦੈਟ ਹਾਰਮੋਨ ਆਫ ਗਲੂਟਾਮੇਟ ਐਂਡ ਡੋਪਾਮਾਈਨ ਜਿਹੜਾ ਕਰ ਸਕਦਾ। ਹੁਣ ਆਉਂਦੇ ਇਹਦੇ ਇਲਾਜ 'ਚ। ਡਾਕਟਰ ਸਾਹਿਬ 5 ਮਿੰਟ ਰਹਿ ਗਏ ਆ, 5 ਮਿੰਟ ਦਾ ਪ੍ਰੋਗਰਾਮ ਕਰਨਾ ਵਾ। ਹਾਂਜੀ, ਇਲਾਜ ਆਉਂਦੇ ਅਸੀਂ ਕਿ ਇਹਦੇ ਵਿੱਚ ਜਿਹੜੀ ਉਹ ਨਿਊਰੋ ਟਰਾਂਸਮਿਟਰ ਡੋਪਾਮਾਈਨ ਜਿਹੜਾ ਹੈ, ਉਹਨੂੰ ਪ੍ਰਭਾਵਿਤ ਕਰਕੇ ਉਹਦੇ ਲੈਵਲ ਨੂੰ ਅਸੀਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਵੱਡੀ ਇੱਕ ਹੋਰ ਸਮੱਸਿਆ ਆਉਂਦੀ ਹੈ ਕਿ ਬੰਦਾ ਦਵਾਈ ਨਹੀਂ ਲੈਂਦਾ। ਦਵਾਈ ਕਈ ਵਾਰੀ ਸਬਜ਼ੀ ਵਿੱਚ, ਕਈ ਵਾਰੀ ਜੂਸ ਵਿੱਚ ਇਸ ਤਰ੍ਹਾਂ ਦੇਣੀ ਪੈਂਦੀ ਹੈ, ਤੇ ਜਿਹੜਾ ਬੰਦਾ ਨਾਲ ਹੁੰਦਾ ਹੈ ਨਾ, ਉਹਦੀ ਬੜੀ ਐਸੀ ਤੈਸੀ ਹੋ ਜਾਂਦੀ ਹੈ ਕਿ ਬਈ ਕੀ ਕਰੀਏ। ਤੇ ਇਹਦੇ ਦਵਾਈ ਦੇਣ ਦੇ ਬਾਅਦ ਵੀ ਕਈ ਵਾਰੀ ਮਹੀਨੇ ਲੱਗ ਜਾਂਦੇ ਨੇ ਜਦ ਕੋਈ ਸੁਧਾਰ ਦਿਖਦਾ ਹੈ। ਤੇ ਦਵਾਈਆਂ ਵੀ ਬੜੀ ਖਤਰਨਾਕ ਨੇ, ਉਹਨਾਂ ਦੇ ਆਪਣੇ ਸਾਈਡ ਇਫੈਕਟ ਬਹੁਤ ਹੁੰਦੇ। ਬੰਦੇ ਨੂੰ ਪਤਾ ਲੱਗ ਜਾਂਦਾ ਵੀ ਤੈਨੂੰ ਦਵਾਈ ਦੀ ਜਾ ਰਹੀ, ਕਿਉਂਕਿ ਸਾਈਡ ਇਫੈਕਟ ਹੋ ਜਾਂਦੇ, ਪ੍ਰਭਾਵ ਜਿਹੜੇ ਦੁਸ਼ਪ੍ਰਭਾਵ ਇਹ ਹੋ ਜਾਂਦੇ। ਕਾਉਂਸਲਿੰਗ ਦਾ ਹੈ ਤੇ, ਪਰ ਕਾਉਂਸਲਿੰਗ ਤਾਂ ਬੰਦਾ ਕਰਦਾ ਹੀ ਨਹੀਂ, ਕੀ ਕਰੀਏ। ਠੀਕ ਹੈ। ਫਿਰ ਫੈਮਿਲੀ ਥੈਰੇਪੀ ਇਹਦੇ ਵਿੱਚ ਦੇਣੀ ਪੈਂਦੀ ਉਹਨਾਂ ਨੂੰ, ਫੈਮਿਲੀ ਵਾਲਿਆਂ ਨੂੰ, ਬਈ ਇਹਦਾ ਇਲਾਜ ਬੜਾ ਮੁਸ਼ਕਿਲ ਹੈ, ਸ਼ਾਇਦ ਨਾ ਹੀ ਹੋਏ। ਇਹ ਜੋ ਕੁਛ ਹੈ ਤੁਸੀਂ ਬੀਅਰ ਅਪ ਕਰਨਾ। You have to be supportive to him. That is the main thing in this treatment. ਉਹਦੇ ਬਾਅਦ ਉਹਨੂੰ ਜਿਸ ਤਰ੍ਹਾਂ ਨੌਕਰੀ ਛੁੱਟ ਗਈ ਹੈ ਤਾਂ ਫਿਰ ਕੋਈ ਹੋਰ ਕੰਮ ਇਸ ਤਰ੍ਹਾਂ ਦਾ ਘਰ ਬੈਠੇ ਕਰ ਸਕੇ ਹੋ। ਫਿਰ ਤੁਸੀਂ ਗੱਲ ਕੀਤੀ ਸੀ ਨਾ, ਜਿਹੜੇ ਕਰੰਟ ਪਾਉਂਦੇ ਨੇ, ਇਲੈਕਟ੍ਰੋਕਨਵਲਸਿਵ ਥੈਰੇਪੀ ਬ੍ਰੇਨ ਵਿੱਚ, ਉਹ ਜਦ ਝਟਕੇ ਮਾਰਦੇ ਨੇ ਅਸੀਂ ਰੁਕ ਕੇ, ਤੇ ਉਹਦੇ ਨਾਲ ਇਫੈਕਟ ਹੁੰਦੇ ਜਿਸ ਤਰ੍ਹਾਂ ਮਿਰਗੀ ਦਾ ਦੌਰਾ ਆਉਂਦਾ, ਉਹਦੀ ਬਾਡੀ ਵਿੱਚ ਇਸ ਤਰ੍ਹਾਂ ਦੇ ਚੇਂਜਿਸ ਆਉਂਦੇ। ਤੇ ਇਹ ਪਾਇਆ ਗਿਆ ਕਿ ਉਸ ਕਰਕੇ ਉਹ ਜਿਹੜਾ ਬ੍ਰੇਨ ਦਾ ਪਾਰਟ ਹੈਗਾ ਉਹ ਸੈੱਟ ਹੋ ਜਾਂਦਾ ਹੈ। ਪਰ ਇਹਦੇ ਕਿੰਨੇ ਪਰਸੈਂਟ ਇਲਾਜ ਨੇ, ਇਹਦੇ ਬਾਰੇ ਜਿਹੜੇ ਸਾਇੰਟਿਸਟ ਨੇ, ਵਿਗਿਆਨਿਕ ਨੇ, ਇਹਨਾਂ ਵਿੱਚ ਮਤਭੇਦ ਹੈ। ਕਈ ਇੱਕ ਵਾਰੀ ਤਾਂ ਪਿਛਲੇ ਇਹ ਸਮਝੋ ਕਿ 10 ਸਾਲ ਤੋਂ ਦੁਬਾਰਾ ਸ਼ੁਰੂ ਹੋਇਆ, 15 ਸਾਲ ਤੇ ਇਹ ਬੈਨ ਹੀ ਹੋ ਗਿਆ ਸੀ ਸਾਰੀ ਦੁਨੀਆ ਵਿੱਚ, ਦੈਟ ਇਟ ਵਾਜ਼ ਨਾਟ ਅਲਾਉਡ। ਉਹਦੇ ਦਾ ਨੁਕਸਾਨ ਕੀ ਹੁੰਦਾ ਹੈ ਕਿ ਕਈ ਵਾਰੀ ਬਹੁਤ ਵਾਇਲੈਂਟ ਰਿਐਕਸ਼ਨ ਹੁੰਦੇ ਨੇ ਸਰੀਰ ਵਿੱਚ, ਤੇ ਹੱਡੀਆਂ ਟੁੱਟ ਜਾਂਦੀਆਂ ਨੇ। ਕਈ ਵਾਰੀ ਹੱਥ ਪੈਰਾਂ ਦੀ, ਕਈ ਵਾਰੀ ਰਿਬ ਦੀ, ਤੇ ਕਈ ਵਾਰੀ ਜਿਹੜੀ ਹੈ ਈਵਨ ਦੀ ਸਕਲ ਦੀ ਵੀ ਹੱਡੀ ਟੁੱਟ ਜਾਂਦੀ ਹੈ, ਤੇ ਬ੍ਰੇਨ ਡੈਮੇਜ ਦਾ ਵੀ ਖਤਰਾ ਹੋ ਜਾਂਦਾ ਹੈ। ਕਿਉਂਕਿ ਇਹ ਜਿਹੜਾ ਕਰੰਟ ਹੈ ਉਹ ਹਰ ਬੰਦੇ ਨੂੰ, ਕਿਉਂਕਿ ਕਰੰਟ ਨੇ ਕੀ ਕਰਨਾ, ਜਿਹੜਾ ਨਰਵ ਨੂੰ ਸਟਿਮੂਲੇਟ ਕਰਨਾ, ਨਰਵ ਨੇ ਅੱਗੇ ਕੀ ਕਰਨਾ ਕਿ ਮਸਲ ਨੂੰ ਸਟਿਮੂਲੇਟ ਕਰਦਾ,
ਉਹ ਠੀਕ ਤਿੰਨਾਂ ਚੀਜ਼ਾਂ ਤੇ ਡੋਜ਼ ਨੂੰ ਵੀ ਕਿੰਨਾ ਵੋਲਟੇਜ ਦਈਏ ਤੇ ਕਿੰਨੀ ਦੇਰ ਦਈਏ, ਦਿਸ ਸਾਨੂੰ ਪਤਾ ਮਿਡਲ ਲੈਵਲ ਦਾ ਕਿ ਵੀ ਐਵਰੇਜ ਇੰਨਾ ਹੈ। ਪਰ ਕਈ ਵਾਰੀ ਜਿਹੜਾ ਉਹ ਐਵਰੇਜ ਹੈ ਕਿਸੇ ਖਾਸ ਬੰਦੇ ਲਈ ਜ਼ਿਆਦਾ ਹੋ ਜਾਂਦਾ ਹੈ। ਇਸੇ ਕਰਕੇ ਇਹ ਜਿਹੜਾ ਉਹ ਸੀ ਇਹਨੂੰ ਬੰਦ ਕਰਤਾ ਸੀ। ਠੀਕ ਬਟ ਲੇਟਰ ਔਨ ਫॉर ਲਾਸਟ 10 years this has again started ਕਿ ਵੀ ਇਹ ਜਿਹੜੀ ਹੈ ਨਾ this is effective in more than 50% cases, so this should be given the benefit of doubt so that the life of that person and the family have some chances to become normal। ਇਹ ਜਿਹੜੀ ਸਾਰੀ ਚੀਜ਼ਾਂ ਨੇ ਮੇਰੇ ਖਿਆਲ ਅੱਜ ਦਾ ਟਾਈਮ ਹੋ ਗਿਆ ਪੂਰਾ, ਨਹੀਂ ਹੋਰ ਤੁਸੀਂ ਜਿਹੜਾ ਇੱਕ ਮੈਂ ਮਿੰਟ ਉਹ ਚਲੋ ਦੱਸਦਾ। ਠੀਕ ਟਾਈਮ ਹੋ ਹੀ ਗਿਆ ਤੇ ਨੈਕਸਟ ਟਾਈਮ ਆਪਾਂ ਡਿਸਕਸ ਕਰਾਂਗੇ ਇਸੇ ਹੀ ਟੌਪਿਕ ਤੇ ਅੱਗੇ, ਤੇ ਫਿਰ ਆਪਾਂ ਦੂਸਰੇ ਆਓ ਸੁਸਾਈਡ ਪੂਰਾ ਨਹੀਂ ਹੋਇਆ ਸੀ, ਸੁਸਾਈਡ ਦਾ ਹੋਰ ਕਰਾਂਗੇ, ਉਹਦੇ ਬਾਅਦ ਹੋਰ ਕਰ ਲੈਂਗੇ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਠੀਕ ਹੈ, ਤੁਸੀਂ ਆਪਣੇ ਵਿਚਾਰ ਰੱਖੇ ਔਰ ਸਾਇੰਟੀਫਿਕਲੀ ਲੋਕਾਂ ਨੂੰ ਸਮਝਾਇਆ, ਔਰ ਕਿਉਂਕਿ ਇਹ ਬੜੀ ਤਕੜੀ ਇਸ ਵੇਲੇ ਸਮੱਸਿਆ ਹੈ ਸਮਾਜ ਦੇ ਵਿੱਚ, ਔਰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਸਾਡਾ ਪ੍ਰੋਗਰਾਮ ਸਮਝ ਆਇਆ ਹੋਵੇਗਾ ਔਰ ਇਹ ਲਾਈਕ ਕਰਨਗੇ, ਕਿਉਂਕਿ ਇਹ ਅਸੀਂ ਲੀਹ ਤੋਂ ਹਟ ਕੇ ਇਹ ਪ੍ਰੋਗਰਾਮ ਕਰ ਰਹੇ ਹਾਂ ਅਸੀਂ ਸਿਹਤ ਤੇ ਸੰਭਾਲ, ਕਿਉਂਕਿ ਸਿਹਤ ਸੰਭਾਲ ਮਨ ਸੰਭਾਲਿਆ ਜਾਵੇ ਤਾਂ ਸਿਹਤ ਵੀ ਸੰਭਾਲੀ ਜਾਂਦੀ ਆ ਔਰ ਸਿਹਤ ਠੀਕ ਵੀ ਰਹਿੰਦੀ ਹੈ, ਕਿਉਂਕਿ ਮਨ ਦਾ ਬੜਾ ਹੀ ਸਰੀਰ ਤੇ ਔਰ ਆਤਮਾ ਤੇ ਬੜਾ ਇਹਦਾ ਪ੍ਰਭਾਵ ਹੁੰਦਾ, ਸਮਾਜ ਤੇ ਬੜਾ ਪ੍ਰਭਾਵ ਹੁੰਦਾ। ਉਮੀਦ ਹੈ ਕਿ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਨਮਸਕਾਰ। ਔਰ ਦਰਸ਼ਕਾਂ ਉਮੀਦ ਕਰਦੇ ਹਾਂ ਕਿ ਆਪਣਾ ਧਿਆਨ ਰੱਖਣਗੇ ਔਰ ਕਰੋਨਾ ਤੋਂ ਵੀ ਬਚਾਅ ਰੱਖਣਗੇ। ਅਜੇ ਵੀ ਡਿਸਟੈਂਸ ਰੱਖਣ ਦੀ ਜ਼ਰੂਰਤ ਹੈ ਔਰ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੈ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਨਮਸਕਾਰ। Alisha Beauty Salon and Laser Spa, serving you from Deer Hill Avenue. For more information, call them 905-791-5559. You can follow them on Facebook and Twitter. Alisha Beauty Salon and Spa.